ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਜਿਨ ਕੇ ਰਥ ਨੇਮ ਦਰਾਰਨ ਤੇ, ਸਤ ਸਾਗਰ ਹੈ ਬਲੋ ਜਗ ਮਾਹੀ। ਜਿਨ ਚਾਪਨ ਗੋਸ਼ਨ ਕੇ ਬਲ ਤੇ, ਸਭ ਬੈਲ ਬਟੋਰ ਤਰੇ ਧਰ ਮਾਹੀ। ਸੁਰ ਰਾਜ ਡਰੇ ਜਿਨ ਕੇ ਬਲ ਤੇ, ਯਮ ਰਾਜ ਜਿਤੇ ਜਿਹਨੇ ਜਗ ਮਾਹੀ। ਮਨ ਤੇ ਜਗ ਭੀਤਰ ਨਾਹਿ ਰਹੇ, ਅਬ ਔਰ ਰਹੇ ਕਹੋ ਕੋ ਜਗ ਮਾਹੀ। ਜਿਨ ਕੇ ਰਥ ਨੇਮ ਦਰਾਰਨ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਭਾਵਰਕ ਅੰਮ੍ਰਿਤ ਦਾ 17ਵਾਂ ਸਵਈਆ ਜਿਹੜਾ ਆਰੰਭ ਕਰਨ ਲੱਗੇ ਹਾਂ। ਪਿੱਛੇ 16 ਸਵਈਏ ਆਪਾਂ ਸਰਵਣ ਕਰ ਲਏ ਹੈ, ਜਿਹਦੇ ਵਿੱਚ ਕਵੀ ਸਾਹਿਬ ਜੀ ਨੇ ਇਹ ਦੱਸਿਆ ਕਿ ਜੇ ਪਰਮੇਸ਼ਰ ਦੀ ਪ੍ਰੀਤੀ ਨਹੀਂ ਹੈ, ਪ੍ਰੇਮ ਨਹੀਂ ਹੈ, ਪ੍ਰੇਮ ਤੋਂ ਬਿਨਾਂ ਸਭ ਕੁਝ ਉਪਰੋਕਤ ਕਈਆਂ ਹੋਈਆਂ ਚੀਜ਼ਾਂ ਵਿਅਰਥ ਹਨ। ਵਾਹਿਗੁਰੂ ਦਾ ਪ੍ਰੇਮ ਹੋਣਾ ਬਹੁਤ ਜ਼ਰੂਰੀ ਹੈ। ਇਸ ਪ੍ਰਕਾਰ ਉਹਨਾਂ ਨੇ ਪਿੱਛੇ ਸਵਈਏ ਉਚਾਰਨ ਕੀਤੇ। ਤਕਰੀਬਨ 4 ਕੁ ਸਵਈਏ ਜਿਹੜੇ ਆ ਉਹ ਇਸੇ ਭਾਵ ਦੇ ਨਾਲ ਦਿੱਤੇ ਹਨ। 13ਵਾਂ, 14ਵਾਂ, 15ਵਾਂ ਅਤੇ 16ਵਾਂ। ਹੁਣ ਅਗਲਾ 17ਵਾਂ ਸਵਈਆ ਪ੍ਰਾਰੰਭ ਕਰਦੇ ਹਨ, ਜਿਹਦੇ ਵਿੱਚ ਇਹ ਸਮਝਾਉਂਦੇ ਗੱਲ ਨੂੰ ਕਿ ਮਨਾ ਜੇ ਜਿਹੜੇ ਵੱਡੇ ਰਾਜੇ ਨਹੀਂ ਸੰਸਾਰ ਵਿੱਚ ਰਹੇ, ਦੱਸੋ ਫਿਰ ਸੰਸਾਰ ਵਿੱਚ ਹੋਰ ਕਿਹੜਾ ਸਦਾ ਰਹੇਗਾ? ਕੋਈ ਨਹੀਂ ਰਹੇਗਾ। ਸਾਰੇ ਆਪੋ ਆਪਣੀ ਵਾਰੀ ਨਾਲ ਚਲੇ ਜਾਣਗੇ। ਭਾਵ ਹੰਕਾਰ ਕਾਹਦਾ ਕਰਨਾ ਹੈ। ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੋ ਵਾ। ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਇਸ ਪੱਖ ਨਾਲ ਹੀ ਹੁਣ ਇੱਥੇ 17ਵਾਂ ਸਵਈਆ ਉਚਾਰਨ ਕਰ ਰਹੇ ਹੈ। ਆਓ ਆਪਾਂ ਸਰਵਣ ਕਰੀਏ। ਜਿਨ ਕੇ ਰਥ ਨੇਮ ਦਰਾਰਨ ਤੇ। ਕਹਿੰਦੇ ਹੈ ਵੀ ਇਸ ਦੁਨੀਆ ਅੰਦਰ ਬਹੁਤ ਵੱਡੇ ਵੱਡੇ ਬਲੀ ਲੋਕ ਪੈਦਾ ਹੋਏ ਹਨ। ਉਹ ਕੈਸੇ ਬਲੀ ਹੈ ਦੱਸਦੇ ਹਨ। ਜਿਨ ਕੇ ਰਥ, ਜਿਨ੍ਹਾਂ ਦੇ ਰਥਾਂ ਦੇ ਨੇਮ ਕਹੀਏ ਪਹੀਆਂ, ਦਰਾਰਨ ਕਹੀਏ ਦਰਜਾਂ ਤਰੇੜਾਂ। ਜਿਨ੍ਹਾਂ ਦੇ ਰਥਾਂ ਦੇ ਪਹੀਆਂ ਦੇ ਚੱਲਣ ਕਰਕੇ, ਚੱਲਣ ਨਾਲ ਧਰਤੀ ਵਿੱਚ ਜਿਹੜੀਆਂ ਦਰਜਾਂ ਤਰੇੜਾਂ ਉੱਪਰ ਪੈ ਗਈਆਂ ਸਨ ਅਤੇ ਐਸੀਆਂ ਤਰੇੜਾਂ ਪਾਈਆਂ, 7 ਸਮੁੰਦਰ ਹੈ ਅਬ ਲਓ ਜਗ ਮਾਹੀ। ਕਹਿੰਦੇ ਵੇਖ ਲਓ ਵੀ ਐਡੇ ਬਲੀ ਅਬ ਲਓ, ਹੁਣ ਤੱਕ ਕਹਿੰਦੇ ਵੀ 7 ਸਮੁੰਦਰ ਜਿਹੜੇ ਨਾ ਉਹ ਜਗ ਸੰਸਾਰ ਦੇ ਮਾਹੀ ਕਹੀਏ ਵਿੱਚ ਵਗ ਰਹੇ ਹੈ। ਹੁਣ 7 ਸਮੁੰਦਰ ਹਨ। ਪ੍ਰਸ਼ਾਂਤ ਮਹਾਸਾਗਰ, ਇਸ ਤਰ੍ਹਾਂ 7 ਸਮੁੰਦਰ ਹੈ, ਉਹਨਾਂ ਦੇ ਨਾਮ ਵੀ ਹੈ। ਅਤੇ ਉਹ ਪੁਰਾਣਾਂ ਵਿੱਚ ਹੀ ਕਥਾ ਐਵੇਂ ਆਉਂਦੀ ਹੈ ਕਿ ਇੱਕ ਪ੍ਰਿਯਵਰਤ ਨਾਮ ਦਾ ਚੱਕਰਵਰਤੀ ਰਾਜਾ ਹੋਇਆ ਹੈ। ਉਸਨੇ ਸੋਚਿਆ ਕਿ ਮੇਰੇ ਦੇਸ਼ ਵਿੱਚ ਕਦੀ ਰਾਤ ਨਾ ਪਵੇ, ਜਿਸ ਕਰਕੇ ਸਾਰੀ ਪ੍ਰਜਾ ਵੀ ਦਿਨ ਦਾ ਚਾਨਣ ਰਵੇ ਅਤੇ ਸੁਖੀ ਵਸੇ। ਕਈ ਰਾਜੇ ਹੁੰਦੇ ਹੀ ਨਾ ਪ੍ਰਜਾ ਨੂੰ ਸੁਖੀ ਕਰਨ ਵਾਲੇ। ਇਸ ਲਈ ਉਹਨੇ ਆਪਣੇ ਕਾਰੀਗਰਾਂ ਨੂੰ ਆ ਕੇ 12 ਯੋਜਨ ਦੇ ਆਕਾਰ ਦਾ ਇੱਕ ਮਣੀਆਂ ਦਾ ਰੱਥ ਬਣਵਾਇਆ। ਯੋਜਨ ਕਈ ਪ੍ਰਕਾਰ ਦਾ ਹੈ। 4 ਕੋਹ ਦਾ ਮੁੱਖ ਮੰਨਿਆ ਜਾਂਦਾ ਹੈ। ਪੁਰਾਣਾਂ ਵਿੱਚ ਵੱਖੋ ਵੱਖਰਾ ਦਾ ਦੱਸਿਆ ਹੋਇਆ। 4 ਕੋਹ ਦਾ ਇੱਕ ਯੋਜਨ 10 ਕੁ ਕਿਲੋਮੀਟਰ ਦਾ, 12 ਕਿਲੋਮੀਟਰ ਦਾ ਬਣ ਜਾਂਦਾ ਇੱਕ ਜਿਹੜਾ ਯੋਜਨ। ਇਹੋ ਜਿਹੇ 12 ਯੋਜਨ ਦੇ ਆਕਾਰ ਦਾ ਕਿੱਡਾ ਵੱਡਾ ਰੱਥ ਹੋਊ। 12 ਯੋਜਨ ਛਤਰ ਚਲੇ ਥਾ। ਇਵੇਂ 12 ਭਾਵ 48 ਕੋਹ ਦੇ ਆਕਾਰ ਦਾ ਇੱਕ ਮਣੀਆਂ ਦਾ ਰੱਥ ਬਣਵਾਇਆ।
ਜੋ ਮਣੀਆਂ ਰਾਤ ਨੂੰ ਚਮਕ ਕੇ ਸੂਰਜ ਵਾਂਗ ਪ੍ਰਕਾਸ਼ ਕਰਦੀਆਂ। ਉਹ ਰੱਥ ਸੂਰਜ ਨੇ ਆਪਣੀਆਂ ਤੇਜ਼ ਕਿਰਨਾਂ ਨਾਲ ਛੱਡ ਦਿੱਤਾ। ਰਾਜੇ ਨੇ ਫਿਰ ਆਪਣੇ ਕਾਰੀਗਰਾਂ ਨੂੰ ਹੁਕਮ ਕੀਤਾ ਕਿ ਤੁਸੀਂ ਹੁਣ ਉਹਦੇ ਨਾਲ ਦੂਣਾ ਬਣਾਓ। ਉਹ 24 ਯੋਜਨ ਦਾ, ਭਾਵ 48 ਤੇ 48 ਉਹ ਹੋ ਜਾਂਦਾ ਹੈ 70 ਤੇ 3 76। 76 ਕੋਹ ਦੇ ਆਕਾਰ ਦਾ ਰੱਥ ਬਣਾਇਆ। ਉਹ ਬਣਾਇਆ ਫਿਰ ਜਦੋਂ ਕਾਰੀਗਰਾਂ ਨੇ ਬਣਾ ਕੇ ਤਿਆਰ ਕੀਤਾ, ਤਦੋਂ ਉਹ ਵੀ ਸੂਰਜ ਨੇ ਆਪਣੀ ਤੇਜ਼ ਨਾਲ ਭਸਮ ਕਰ ਦਿੱਤਾ। ਫਿਰ ਇਹਨੇ ਤੀਜਾ 48 ਯੋਜਨ ਦਾ ਬਣਾਇਆ, ਉਤੋਂ ਡਬਲ, ਉਹ ਵੀ ਸੂਰਜ ਨੇ ਸਾੜ ਕੇ ਸਵਾਹ ਕਰ ਦਿੱਤਾ। ਇਸ ਪ੍ਰਕਾਰ ਰਾਜੇ ਪ੍ਰਿਯਵਰਤ ਨੇ ਮੁੜ ਮੁੜ ਪਹਿਲਾਂ ਨਾਲ ਦੂਣੇ 7 ਵਾਰ ਰੱਥ ਬਣਾਏ, ਪਰ ਸੂਰਜ ਨੇ ਉਹ ਸਾਰੇ ਹੀ ਸਾੜ ਦਿੱਤੇ। ਜਦੋਂ ਰਾਜੇ ਨੇ ਉਹਨਾਂ ਸਭਨਾਂ ਨਾਲੋਂ ਹੋਰ ਦੂਣੇ ਵੱਡੇ ਆਕਾਰ ਦਾ 8ਵਾਂ ਰੱਥ ਤਿਆਰ ਕਰਵਾਇਆ, ਤਾਂ ਸੂਰਜ ਨੇ ਪਰਮੇਸ਼ਰ ਅੱਗੇ ਬੇਨਤੀ ਕੀਤੀ। ਸੂਰਜ ਦੀ ਬੇਨਤੀ ਸੁਣ ਕੇ ਪ੍ਰਭੂ ਨੇ ਆਕਾਸ਼ਬਾਣੀ ਦੁਆਰਾ ਰਾਜੇ ਨੂੰ ਸਮਝਾਇਆ ਕਿ ਕੁਦਰਤ ਦੀ ਬਰਾਬਰੀ ਨਹੀਂ ਕਰਨੀ ਚਾਹੀਦੀ। ਜੋ ਸਾਡੀ ਇੱਛਾ ਅਨੁਸਾਰ ਰਚਨਾ ਹੋ ਗਈ ਆ, ਉਹ ਸੂਰਜ ਨਹੀਂ ਰਚਿਆ, ਉਹ ਰੱਖਣੀ ਚਾਹੀਦੀ ਨਿਯਮ ਅਨੁਸਾਰ। ਤੂੰ ਆਪਣੀ ਮਰਜ਼ੀ ਨਾਲ ਨਵੀਂ ਰਚਨਾ ਨਾ ਕਰ। ਤਦੋਂ ਰਾਜਾ ਹਟਿਆ ਸੀ, ਪਹਿਲਾਂ ਹਟਦਾ ਹੀ ਨਹੀਂ ਸੀ। ਅਤੇ ਜਿਹੜੇ 7 ਰੱਥ ਰਾਜੇ ਨੇ ਬਣਾਏ ਸੀ, ਉਹਨਾਂ ਦੀਆਂ ਪੈੜਾਂ ਵਿੱਚ ਪਾਣੀ ਇਕੱਠਾ ਹੋਣ ਤੋਂ ਹੀ ਉਹ ਸਮੁੰਦਰ ਦਾ ਰੂਪ ਧਾਰਨ ਕਰ ਗਏ। ਐਵੇਂ ਰਾਜਾ ਪ੍ਰਿਯਵਰਤ ਇੰਨਾ ਬਲਵਾਨ ਸੀ। ਉਹ ਪੁਰਾਣਾਂ ਵਿੱਚ ਜਿਵੇਂ ਕਥਾ ਹੁੰਦੀ ਹੈ, ਸਭ ਕੁਝ ਹੀ ਸਾਧ ਸੰਗਤ ਜੀ ਹੋ ਸਕਦਾ, ਸ਼ੰਕੇ ਦੀ ਲੋੜ ਹੀ ਨਹੀਂ ਹੈ। ਮਾਰੇ ਕਹਿੰਦੇ ਕਰਨ ਹਾਰ ਕੋ ਕਿਛ ਅਚਰਜ ਨਾਹੀਂ। ਐਡੇ ਐਡੇ ਬਲੀ ਹੋਏ, ਤਾਂ ਇੱਥੇ ਕਵੀ ਜੀ ਵੀ ਕਹਿ ਰਹੇ ਹੈ ਦਿਨ ਕੇ ਰਾਤ ਨੇਮ ਦਰਾਰਨ ਤੇ। ਐਡੇ ਬਲੀ ਹੋਏ ਮਨਾ, ਜਿਨ੍ਹਾਂ ਦੇ ਰਥਾਂ ਦੇ ਨੇਮ ਕਹੀਏ ਪਹੀਆਂ ਦੇ ਨਾਲ ਚੱਲਣ ਕਰਕੇ ਦਰਾਰਨ ਤੇ ਧਰਤੀ ਵਿੱਚ ਦਰਾੜਾਂ ਪੈ ਗਈਆਂ, ਅਤੇ ਉਹ ਦਰਾੜਾਂ ਪੈਣ ਕਰਕੇ ਸੱਤ ਸਾਗਰ ਹੈ ਬੁਲਾਓ ਜਗ ਮਾਹੀ। ਕਹਿੰਦੇ 7 ਸਮੁੰਦਰ ਬਣ ਗਏ, ਜੋ ਅਬਲਾ ਹੁਣ ਤੱਕ ਸੰਸਾਰ ਦੇ ਵਿੱਚ ਸੁਭਾਏਮਾਨ ਹੈ। ਦਿਨ ਚਾਪਨ ਗੋਸ਼ਨ ਕੇ ਬਲ ਤੇ। ਫਿਰ ਦੁਨੀਆ ਵਿੱਚ ਐਸੇ ਵੀ ਰਾਜੇ ਹੋਏ ਹੈ ਜਿਨ ਚਾਪਨ, ਜਿਨ੍ਹਾਂ ਦੇ ਧਨਖ 'ਤੇ, ਚਾਪਨ ਨਾਮ ਧਨਖ ਦਾ, ਗੋਸ਼ਨ ਨਾਮ ਤੀਰਾਂ ਦਾ, ਜਿਨ੍ਹਾਂ ਦੇ ਧਨਖ 'ਤੇ ਤੀਰਾਂ ਜਾਂ ਗੋਸ਼ਨ ਕਹੀਏ ਕਮਾਨ, ਕਮਾਨ ਦੇ ਕਿਨਾਰਿਆਂ ਦੇ ਬਲ 'ਤੇ ਜ਼ੋਰ 'ਤੇ ਕਹੀਏ ਨਾਲ, ਜ਼ੋਰ ਨਾਲ ਸਭ ਸੈਲ ਬਟੋਰ ਧਰੇ ਧਰ ਮਾਹੀ। ਸਾਰੇ ਜਿਹੜੇ ਸੈਲ ਪਹਾੜ ਹੈ, ਬਟੋਰ ਕਹੀਏ ਇਕੱਠੇ ਕਰਕੇ, ਧਰ ਨਾਮ ਧਰਤੀ ਦਾ, ਧਰਤੀ ਦੇ ਇੱਕ ਪਾਸੇ, ਮਾਹੀ ਕਹੀਏ ਇੱਕ ਪਾਸੇ ਵਿੱਚ ਧਰੇ ਰੱਖ ਦਿੱਤੇ ਸਨ। ਐਸੇ ਐਸੇ ਬਲੀ ਹੋਏ, ਅਰਥਾਤ ਇਹ ਧਰਤੀ ਉੱਪਰ ਇੱਕ ਪ੍ਰਿਥੂ ਰਾਜਾ ਵੀ ਹੋਇਆ ਹੈ। ਉਹ ਵੀ ਪੁਰਾਣ 'ਚ ਕਥਾ ਹੁੰਦੀ ਹੈ। ਜਦੋਂ ਪ੍ਰਿਥੂ ਰਾਜੇ ਨੇ ਸਾਰਾ ਰਾਜ ਭਾਗ ਸਾਂਭ ਲਿਆ, ਤਾਂ ਵੇਖਿਆ ਕਿ ਪ੍ਰਿਥਵੀ ਜੰਗਲਾਂ ਅਤੇ ਪਹਾੜਾਂ ਨਾਲ ਭਰੀ ਪਈ, ਅਤੇ ਪਹਾੜ ਵੀ ਇਹਨਾਂ ਨੂੰ ਖੰਭ ਲੱਗੇ ਹੋਏ ਸਨ, ਜਿਸ ਕਰਕੇ ਕਦੀ ਕਿਤੇ ਉੱਡ ਕੇ ਫਸਲ ਖਰਾਬ ਕਰਦੇ, ਕਦੀ ਕਿਤੇ ਫਸਲ ਖਰਾਬ ਕਰਦੇ। ਅਤੇ ਇਸ ਕਰਕੇ ਜਿਹੜਾ ਸੀ ਇੰਦਰ ਦੇਵਤਾ, ਉਹਨੇ ਇਹਨਾਂ ਦੇ ਖੰਭ ਜਿਹੜੇ ਤੋੜ ਦਿੱਤੇ, ਅਤੇ ਥਾਂ ਥਾਂ ਪਹਾੜ ਜਿਹੜੇ ਪਏ ਹੋਏ ਸਨ। ਤਦ ਇਹਨੇ ਜਿਹੜਾ ਪ੍ਰਿਥੂ ਰਾਜਾ, ਇਹਨੇ ਜੰਗਲ ਵੀ ਸਾਫ਼ ਕੀਤੇ, ਆਪਣੀ ਕਮਾਨ ਨਾਲ ਪਰਬਤਾਂ ਨੂੰ ਵੀ ਧਕੇਲ ਕੇ ਟਿੱਲੇ 'ਤੇ ਚਾੜ ਚਾੜ ਕੇ ਕਿਨਾਰੇ ਕੀਤਾ। 2 ਸੰਬੰਧ ਦੱਸੀ ਜਾਂਦੇ ਵੀ, ਇਹ ਵੀ ਦੱਸਿਆ ਜਾਂਦਾ ਵੀ ਇੱਕ ਤਾਂ ਵੀ ਜੰਗਲ ਜਿਹੜੇ ਬੜੇ ਸਨ ਪ੍ਰਿਥਵੀ 'ਤੇ, ਪਹਾੜਾਂ ਨਾਲ ਹੀ ਭਰੀ ਪਈ ਸੀ, ਅਤੇ ਇਹਨੇ ਸਾਫ਼ ਕੀਤੇ, ਪਰਬਤ ਧਕੇਲ ਧਕੇਲ ਕੇ ਪਰੇ ਕੀਤੇ। ਪੁਰਾਣਾਂ ਵਿੱਚ ਇਵੇਂ ਵੀ ਦੱਸਿਆ ਜਾਂਦਾ ਕਿ ਪਰਬਤਾਂ ਨੂੰ ਖੰਭ ਲੱਗੇ ਸੀ, ਅਤੇ ਉਹ ਉੱਡ ਕਰਕੇ ਜਿੱਥੇ ਮਰਜ਼ੀ ਕਦੀ ਸ਼ਹਿਰ ਦੇ ਬੈਠ ਗਏ, ਕਦੀ ਕਿਤੇ ਜਾਂਦੇ, ਜਿਸ ਕਰਕੇ ਥਾਂ ਦਾ ਉਹ
ਭਸਮ ਖੇੜਾ ਕਰਦੇ ਸੀ। ਤੇ ਸਾਰੀ ਦੁਨੀਆ ਪ੍ਰਜਾ ਲੋਕ ਬੜੇ ਦੁਖੀ ਸੀ। ਤੇ ਰਾਜੇ ਨੇ ਇੰਦਰ ਦੇਵਤੇ ਨੇ ਇਹਨਾਂ ਦੇ ਖੰਭ ਤੋੜਦੇ ਥਾਂ ਥਾਂ ਡਿੱਗੇ ਪਏ ਸਨ, ਜਿਸ ਕਰਕੇ ਪ੍ਰਿਥੂ ਰਾਜੇ ਨੇ ਇਸ ਪਾਸੇ ਹੋ ਕੇ ਆਪਣੇ ਤੀਰਾਂ ਨਾਲ ਚਿੱਲੇ ਤੇ ਚਾੜ ਕੇ ਤੇ ਇਕੱਠਿਆਂ ਕਰਕੇ ਇੱਕ ਪਾਸੇ ਰੱਖ ਦਿੱਤੇ ਸੀ। ਇਵੇਂ ਉਹ ਕਥਾ ਹੁੰਦੀ ਹੈ। ਦਸਮ ਗ੍ਰੰਥ ਸਾਹਿਬ ਵਿੱਚ ਹੀ ਮਹਾਰਾਜ ਲਿਖਦੇ ਆ, ਮਾਨੋ ਮਹਾਂ ਪ੍ਰਿਥ ਲੈ ਕੇ ਕਮਾਨ, ਸੋ ਭੂਤਰ ਭੂਮ ਤੇ ਨਿਆਰੇ ਕਰੇ ਹੈ। ਉਹ ਚੰਡੀ ਚਿੱਤ ਉਕਤ ਬਿਲਾਸ 'ਚ ਆਉਂਦਾ ਹੈ ਵੀ ਮਾਨੋ ਐਵੇਂ ਹੀ ਹੈ ਜਿਵੇਂ ਮਹਾਨ ਪ੍ਰਿਥੂ ਰਾਜਾ ਕਮਾਨ ਲੈ ਕੇ ਤੇ ਭੂਤਰ ਜਿਹੜਾ ਭੂਤਰ ਪਹਾੜ ਹੈ ਉਹਨਾਂ ਨੂੰ ਧਰਤੀ ਦੇ ਨਿਆਰੇ ਕਰਕੇ ਰੱਖ ਰਿਹਾ ਹੈ। ਨਿਆਰੇ ਕਰੇ ਹੈ ਇਵੇਂ ਕਿਉਂਕਿ ਇੱਕ ਵੀ ਪ੍ਰਮਾਣ ਆਉਂਦਾ ਨਾ ਕਿ ਜਦੋਂ ਬੈਠ ਜਾਂਦੇ ਸੀ ਕਦੀ ਕਿਤੇ ਲੋਕ ਦੁਖੀ ਸਨ ਅਤੇ ਰਾਜੇ ਪ੍ਰਿਥੂ ਦੇ ਸ਼ਹਿਰ ਨੂੰ ਵੀ ਇਹਨਾਂ ਨੇ ਦਬਾ ਲਿਆ ਸੀ ਪਹਾੜਾਂ ਨੇ। ਤਦ ਇਹਨੇ ਪ੍ਰਿਥੂ ਰਾਜੇ ਨੇ ਇਸ ਪਾਸੇ ਹੋ ਕੇ ਵੀ ਹਟਦੇ ਨਹੀਂ ਹੈ ਅਤੇ ਆਪਣੇ ਤੀਰਾਂ ਨਾਲ ਇਹਨਾਂ ਦੇ ਪਰ ਕੱਟੇ ਅਤੇ ਗੋਸ਼ੇ ਕਮਾਨਾਂ ਦੇ ਨਾਲ ਇਕੱਠਿਆਂ ਕਰਕੇ ਚਿੱਲੇ 'ਤੇ ਚਾੜ ਕੇ ਇੱਕ ਪਾਸੇ ਰੱਖ ਦਿੱਤੇ ਸੀ। ਇਵੇਂ ਉਹ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਰਮਾਨ ਦਿੱਤਾ ਵੀ ਮਾਨੋ ਜਿਵੇਂ ਪ੍ਰਿਥੂ ਰਾਜਾ ਕਮਾਨ ਲੈ ਕੇ ਪਹਾੜਾਂ ਨੂੰ ਚੁੱਕ ਕੇ ਧਰਤੀ ਤੋਂ ਨਿਆਰਾ ਕਰਕੇ ਨਿਆਰੇ ਜਿਹੜੇ ਇਕੱਠੇ ਕਰਕੇ ਰੱਖ ਰਿਹਾ ਹੈ। ਇਸ ਤਰ੍ਹਾਂ ਉਹ ਆ ਰਿਹਾ ਹੈ। ਜਿਨ ਚਾਪਣ ਗੋਸ਼ਨ ਕੇ ਬਲ 'ਤੇ ਵੀ ਵੇਖੋ ਐਡੇ ਰਾਜੇ ਹੋਏ ਮਨਾ ਜਿਹੜੇ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਆਪਣੇ ਚਾਪਣ ਧਨਖ ਅਤੇ ਗੋਸ਼ਨ ਤੀਰਾਂ ਦੇ ਬਲ 'ਤੇ ਬਲ ਕਰਕੇ ਸਾਰੇ ਜਿਹੜੇ ਸੈਲ ਪਹਾੜ ਹੈ ਬਟੋਰ ਉਹ ਇਕੱਠੇ ਕਰਕੇ ਧਰਮਾਹੀ ਧਰਤੀ ਦੇ ਵਿੱਚ ਧਰੇ ਰੱਖ ਦਿੱਤੇ ਸਨ। ਇੱਕ ਥਾਂ ਉਹ ਪ੍ਰਿਥੂ ਰਾਜਾ ਹੀ ਹੋਇਆ ਹੈ। ਸੁਰ ਰਾਜ ਡਰੇ ਜਿਨ ਕੇ ਬਲ 'ਤੇ ਫਿਰ ਹੋਰ ਵੀ ਐਡੇ ਬਲੀ ਰਾਵਣ ਵਰਗੇ, ਮੇਘਨਾਦ ਵਰਗੇ, ਮਹਿਰਾਵਣ ਵਰਗੇ ਐਸੇ ਬੜੀ ਰਾਖਸ਼ ਹੋਏ ਹਨ ਜਿਨ੍ਹਾਂ ਦੇ ਬਲ 'ਤੇ ਕਹੀਏ ਤੋਂ ਜਿਨ ਕੇ ਬਲ 'ਤੇ ਜਿਨ੍ਹਾਂ ਦੇ ਬਲ ਤੋਂ ਸੁਰ ਰਾਜ ਡਰੇ। ਦੇਵਤਿਆਂ ਦਾ ਰਾਜਾ ਉਹ ਕੀ ਹੈ ਇੰਦਰ ਵੀ ਡਰਦਾ ਸੀ। ਮਾਲੀ ਬਣਿਆ ਹੋਇਆ ਸੀ ਵਿਚਾਰਾ, ਬੁਰਾ ਹਾਲ ਹੋਇਆ ਸੀ ਤਾਂ। ਅਤੇ ਮੇਘਨਾਦ ਨੇ ਤਾਂ ਇੰਦਰ ਨੂੰ ਜਿੱਤ ਕੇ ਲੰਕਾ ਵਿੱਚ ਲਿਆ ਦਿੱਤਾ ਸੀ। ਆਪਣਾ ਨੌਕਰੀ ਬਣਾਇਆ ਹੋਇਆ ਸੀ, ਮਾਲੀ ਦਾ ਕੰਮ ਕਰਾਉਂਦਾ ਸੀ। ਇਹੋ ਜਿਹੀ ਹਾਲਤ ਕੀਤੀ ਸੀ। ਮੈਖੇ ਜਿਹੜਾ ਮਹਿਕਾ ਸੁਰ ਰਾਜ ਡਰ ਜਿਨ ਕੇ ਬਲ 'ਤੇ ਅੱਜ ਜਿਨ੍ਹਾਂ ਦੇ ਬਲ ਪਾਓਗੇ ਉਹ ਕਿ ਮੈਖਾ ਸੁਰ ਸੀ ਦੈਂਤ ਉਹ ਤੋਂ ਹੀ ਇਹ ਸੁਰ ਰਾਜ ਦੇਵਤਿਆਂ ਦਾ ਰਾਜਾ ਇੰਦਰ ਡਰਦਾ ਸੀ। ਉਹ ਚੰਡੀ ਦੀ ਵਾਰ ਵਿੱਚ ਮਹਾਰਾਜ ਬਚਨ ਆਉਂਦੇ ਹੈ ਕਿ ਵੱਡਾ ਵੀਰ ਖਾਏ ਕੇ ਸਿਰ ਉੱਪਰ ਛਤਰ ਫਰਾਇਆ, ਦਿੱਤਾ ਇੰਦਰ ਨਿਕਾਲ ਕੇ ਤਿੰਨ ਗਿਰ ਕੈਲਾਸ ਤਕਾਇਆ, ਡਰ ਕੇ ਹੱਥੋਂ ਦਾਨਵੀ ਦਿਲ ਅੰਦਰ ਤਰਾਸ ਵਧਾਇਆ, ਪਾਸ ਦੁਰਗਾ ਦੇ ਇੰਦਰ ਆਇਆ, ਅਭਿਮਾਨ ਉਤਾਰਨ ਦੇਵਤਿਆਂ ਮੈਂ ਖਾਸੁਰ ਸੁੰਭ ਉਪਾਇਆ, ਜੀਤ ਲੈ ਤਨ ਦੇਵਤੇ ਤੇ ਲੋਕ ਕੀ ਰਾਜ ਕਮਾਇਆ। ਉਹ ਚੰਡੀ ਦੀ ਵਾਰ ਵਿੱਚ ਆਉਂਦਾ ਹੈ। ਇੰਦਰ ਦੀ ਹਾਲਤ ਇਹੋ ਜਿਹੀ ਮਾੜੀ ਹੋਈ ਸੀ। ਯਮਰਾਜ ਜਿਤੇ ਜਿਹਨੇ ਜਗ ਮਾਹੀ, ਰਾਵਣ ਦੀ ਗੱਲ ਕਰਦੇ ਫਿਰ ਰਾਵਣ ਐਸਾ ਬਲੀ ਸੀ ਜਿਹ ਕਹੀਏ ਜਿਸ ਨੇ ਯਮਰਾਜ ਧਰਮ ਰਾਜੇ ਭਾਵ ਕਾਲ ਨੂੰ ਵੀ ਜਗ ਮਾਹੀ। ਸੰਸਾਰ ਦੇ ਵਿੱਚ ਇਹੋ ਜਿਹਾ ਹੋਇਆ ਬੜਿਓ ਕੀ ਰਾਵਣ ਜਿਹ ਕਹੀਏ ਜਿਸ ਨੇ ਯਮਰਾਜ ਧਰਮ ਰਾਜੇ ਕਾਲ ਨੂੰ ਵੀ ਜਿੱਤ ਲਿਆ ਸੀ। ਭਾਵ ਕਾਲ ਨੂੰ ਪਾਵੇ ਨਾਲ ਬੰਨਿਆ ਹੋਇਆ ਸੀ, ਮੌਤ ਨੂੰ ਵੀ। ਐਸਾ ਬਲੀ ਸੀ ਜਿਹੜਾ ਰਾਵਣ। ਚੰਦ ਸੂਰ ਜਾ ਕੇ ਤਪਤਰ ਸੋਈ, ਬਸੰਤਰ ਜਾ ਕੇ ਕਪਰੇ ਧੋਈ। ਸੁਰ ਰਾਜ ਡਰੇ ਜਿਨ ਕੇ ਬਲ 'ਤੇ ਜਿਨ੍ਹਾਂ ਦੇ ਬਲ ਤੋਂ ਸੁਰ ਰਾਜ ਕਹੀਏ ਇੰਦਰ ਦੇਵਤਾ, ਫਿਰ ਸੁਰ ਦੇਵਤੇ ਰਾਜੇ ਡਰਦੇ ਸਨ। ਉਹ ਕੀ ਰਾਵਣ ਹੀ ਸੀ
ਜਮਰਾਜ ਜਿਤੇ ਜਿਹਨੇ ਜਗ ਮਾਹੀ। ਸੰਸਾਰ ਵਿੱਚ ਜਿਸ ਨੇ ਰਹਿੰਦਿਆਂ ਹੋਇਆ ਰਾਵਣ ਨੇ ਧਰਮ ਰਾਜੇ ਕਾਲ ਵਰਗੇ ਵੀ ਜਿੱਤੇ ਸਨ। ਪਾਵੇ ਨਾਲ ਬੰਨਿਆ ਹੋਇਆ ਸੀ। ਮਨ ਤੇ ਜਗ ਭੀਤਰ ਨਾਹੀਂ ਰਹੇ। ਆਪਣੇ ਮਨ ਨੂੰ ਸਮਝਾਉਂਦੇ ਹੋਏ ਪੰਡਿਤ ਗੁਲਾਬ ਸਿੰਘ ਜੀ ਕਥਨ ਕਰਦੇ ਹਨ ਕਿ ਮਨ ਹੈ ਮਨ, ਉਹ ਜਿਹੜੇ ਇੰਨੇ ਵੱਡੇ ਬਲੀ ਰਾਜੇ ਦੈਂਤ ਹੋਏ ਆ, ਵੇਖ ਲਾ ਜਗ ਭੀਤਰ ਨਾਹੀਂ ਰਹੇ। ਉਹ ਵੀ ਸੰਸਾਰ ਦੇ ਭੀਤਰ ਵਿੱਚ ਨਾਹੀਂ ਕਹੀਏ ਨਹੀਂ ਰਹੇ ਹਨ। ਅਬ ਔਰ ਰਹੇ ਕਹੋ ਕੋ ਜਗ ਮਾਹੀ। ਅਬ ਹੁਣ ਔਰ ਰਹੇ ਵੀ ਹੋਰ ਜਿਸ ਵਰਤਮਾਨ ਸਮਾਂ ਜਿਹੜਾ ਚੱਲ ਰਿਹਾ ਹੈ ਵੀ ਉਹ ਰਹੇ ਕਹੀਏ ਰਹਿਣਗੇ। ਕਹੋ ਦੱਸੋ, ਹੁਣ ਦੱਸੋ ਵੀ ਔਰ ਕਿਹੜਾ ਜਿਹੜਾ ਸੰਸਾਰ ਵਿੱਚ ਰਹੇਗਾ। ਕੋ ਜਗ ਮਾਹੀ, ਕੋਈ ਵੀ ਨਹੀਂ ਜੱਗ ਵਿੱਚ ਰਹੇਗਾ। ਸੰਸਾਰ ਜੱਗ ਵਿੱਚ ਕੋ ਕਿਹੜੇ ਹੈ, ਕੋ ਕਹੀਏ ਕਿਹੜੇ ਹੈ ਜਗ ਮਾਹੀ ਜਿਹੜੇ ਸੰਸਾਰ ਵਿੱਚ ਰਹਿਣਗੇ। ਦੱਸੋ, ਕਹੋ ਕਹੀਏ ਦੱਸੋ। ਕੋ ਭਾਵ ਕੋਈ ਨਹੀਂ ਰਹੇਗਾ, ਸਦਾ ਤੇ ਕੋਈ ਨਹੀਂ ਰਿਹਾ ਹੈ। ਸਭ ਨੂੰ ਮਰ ਕੇ ਚਲੇ ਜਾਣਾ, ਜਾਂਦੇ ਹੀ ਹੈ। ਚੱਲ ਚੱਲ ਗਈਆਂ ਪੰਖੀਆਂ ਜਿਨੀ ਵਸਾਏ ਤਲ। ਫਰੀਦਾ ਸਰ ਭਰਿਆ ਪੀ ਚੱਲ ਸੀ ਥੱਕੇ ਕਵਲ ਇਕੱਲ। ਵਾਰੀ ਆਪੋ ਆਪਣੀ ਕੋਈ ਨਾ ਬੰਦੈ ਤੀਰ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ। ਇਹ ਤਾਂ ਸਭ ਨੇ ਚਲੇ ਜਾਣਾ ਹੈ, ਜੋ ਆਇਆ ਸੋ ਚੱਲ ਸੀ। ਸਭ ਕੋਈ ਆਈ ਵਾਰੀ ਹੈ। ਇਸ ਕਰਕੇ ਜਿਸ ਕੇ ਜੀਏ ਪ੍ਰਾਣ ਹੈ ਕਿ ਉਹ ਸਾਹਿਬ ਮਨੋ ਵਿਸਾਰੀਏ। ਆਪਣੀ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਇਹ ਜਨਮ ਸਵਾਨ ਰੂਪੀ ਕਾਜ ਆਪਣਾ ਆਪੇ ਸਵਾਰੀਏ। ਇੱਥੇ ਸੰਸਾਰ ਦੇ ਉੱਪਰ ਦੇ ਰਾਜਾ ਪ੍ਰਜਾ ਸਭ ਚਲੇ ਗਏ ਹੈ। ਐਸੋ ਕਾਲ ਬਡਾਨੀ ਰਹੇ, ਭਾਵ ਕਾਲ ਨੇ ਕਿਸੇ ਨੂੰ ਨਹੀਂ ਛੱਡਿਆ ਹੈ। ਕਵੀ ਜੀ ਕਹਿੰਦੇ ਮਨ ਤੇ ਜਗ ਭੀਤਰ ਨਾ ਰਹੇ ਹੇ ਮਨ। ਵੇਲਾ ਉਹ ਜੱਗ ਵਿੱਚ ਐਡੇ ਬਲੀ ਵੀ ਨਹੀਂ ਰਹੇ ਹੈ। ਅਬ ਔਰ ਰਹੇ ਕਹੋ ਕੋ ਜਗ ਮਾਈ। ਹੁਣ ਦੱਸੋ ਹੋਰ ਕਿਹੜਾ ਰਹੇਗਾ। ਕੋ ਕਿਹੜਾ ਹੈ ਜਿਹੜਾ ਸੰਸਾਰ ਵਿੱਚ ਰਹੇਗਾ, ਭਾਵ ਕੋਈ ਨਹੀਂ ਰਹੇਗਾ। ਸਵਈਆ 10 4 ਸੁਭਾਨ ਰਚੇ ਜਿਨ ਕੇ। ਜਿਨ੍ਹਾਂ ਦੇ 10 4 14 10 ਦੀ 4 14 ਜਿਨ ਕੇ ਜਿਨ੍ਹਾਂ ਤੇ, ਕਹਿੰਦੇ ਵੀ ਜਿਨ੍ਹਾਂ ਦੇ